Good morning, beta. Today we will discuss about next topic, that is the oxidation number or oxidation state. What is oxidation number? Actually, oxidation number is nothing. It's a charge on metal atom after removal of all ligands around it. ਹੁਣ ਦੇਖੋ ਜਿਵੇਂ एग्जांपल ਆਪਣੇ ਕੋਲੇ ਕੋਬਾल्ट ਹੈਕਸਾ ਅਮੋਨੀਅਮ, ठीक है। ਤਾਂ ਜਿਹੜਾ ਆਕਸੀਡੇਸ਼ਨ ਨੰਬਰ ਹੈ ਕੋਬਾल्ट ਦੇ ਉੱਪਰ ਉਹ ਡਿਪੈਂਡ ਕਰਦਾ ਹੈ ਲਿਗੈਂਡਸ ਦੇ ਹਿਸਾਬ ਨਾਲ। ਹੁਣ ਲਿਗੈਂਡ ਇੱਥੇ ਜਿਹੜਾ ਆਪਣੇ ਕੋਲ ਨਿਊਟਰਲ ਲਿਗੈਂਡ ਹੈ, ਇਹਦਾ ਮਤਲਬ ਉਹਦਾ ਜਿਹੜਾ ਆਪਦਾ ਆਕਸੀਡੇਸ਼ਨ ਨੰਬਰ ਹੈ ਦੈਟ ਇਜ਼ 0। ਜੇਕਰ ਅਸੀਂ ਇਹਨਾਂ ਸਾਰਿਆਂ ਨੂੰ ਉਤਾਰ ਦਈਏ ਤਾਂ ਕੋਬਾल्ट ਦੇ ਉੱਪਰ ਜਿਹੜਾ ਚਾਰਜ ਆਉਂਦਾ ਦੈਟ ਇਜ਼ +3। ਸੋ +3 ਇਜ਼ oxidation number of cobalt. Similarly, the case of a negative or a positive ligand. In case of a negative ligand, you can take example K4FeCN6. ਹੁਣ ਇਹਦੇ 'ਚ ਦੋ ਤਰ੍ਹਾਂ ਦੇ ਲਿਗੈਂਡ ਹੈ, ਪ੍ਰਾਇਮਰੀ ਅਤੇ ਸੈਕੰਡਰੀ ਵੈਲੈਂਸੀਜ਼ ਹੈ, ਇੱਕ ਸਾਇਨਾਈਡ ਅਤੇ ਇੱਕ ਪੋਟਾਸ਼ੀਅਮ। ਇਹਨਾਂ ਸਾਰਿਆਂ ਨੂੰ ਉਤਾਰਨ ਤੋਂ ਬਾਅਦ ਜਿਹੜਾ ਆਇਰਨ ਦੇ ਉੱਪਰ ਚਾਰਜ ਆਏਗਾ that will be the oxidation number. Now how to calculate it? First you should know about the charge on the ligand. Like cyanide ਦੇ ਉੱਪਰ 1 ਨੈਗੇਟਿਵ ਚਾਰਜ ਹੁੰਦਾ, ਪੋਟਾਸ਼ੀਅਮ ਇਲੈਕਟ੍ਰੋਪੋਜ਼ਿਟਿਵ ਹੈ, +1 ਚਾਰਜ ਹੁੰਦਾ। ਤਾਂ ਜਿਹਦਾ ਆਪਾਂ ਫਾਈਂਡ ਆਊਟ ਕਰਨਾ ਹੈ ਤਾਂ ਉਹਨੂੰ ਆਪਾਂ x ਮੰਨ ਲੈਂਦੇ ਹਾਂ, ਇਸ ਕਰਕੇ ਇਹਨੂੰ ਆਪਾਂ x ਮੰਨ ਲਿਆ। ਬਾਕੀਆਂ ਦਾ ਚਾਰਜ ਉਹਦੇ ਉੱਪਰ ਰਾਈਟ ਡਾਊਨ ਕਰ ਲਓ। ਲਾਈਕ the case is cyanide ਦਾ ਆਪਣੇ ਕੋਲ ਆ ਗਿਆ -1, then we will take +1 or -1, cancel किधर गई, yes that is -1, and on potassium it is +1। so कितने पोटाशियम है 4, so +1 into 4 plus x, ਉਸ ਤੋਂ ਬਾਅਦ ਮੈਟਲ ਐਟਮ ਨੂੰ ਆਪਾਂ x ਮੰਨ ਲਿਆ, प्लस -1 into 6 ਤੇ ਆ ਗਿਆ 4 plus x minus 6 is equal to 0, because ਕੋਆਰਡੀਨੇਸ਼ਨ ਐਂਟੀਟੀ ਦੇ ਬਾਰ-ਬਾਰ ਜਿਹੜਾ ਚਾਰਜ ਹੈ ਉਹ ਕਿੰਨਾ 0 ਹੈ, ਇਸ ਕਰਕੇ ਇਹ 0 ਹੋ ਗਿਆ। ਤਾਂ x -2 is equal to 0, x is equal to +2। ਤਾਂ ਆਇਰਨ ਦੇ ਉੱਪਰ ਕਿਹੜਾ ਚਾਰਜ ਆ ਗਿਆ +2 ਚਾਰਜ ਆ ਗਿਆ। ਤਾਂ ਇਸ ਤਰੀਕੇ ਨਾਲ ਆਪਾਂ ਕਿਸੇ ਵੀ ਲਿਗੈਂਡ ਦੇ ਮੈਟਲ ਐਟਮ ਦੇ ਉੱਪਰ ਜਿਹੜਾ ਆਕਸੀਡੇਸ਼ਨ ਨੰਬਰ ਹੈ ਉਹਨੂੰ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ, ਬਸ਼ਰਤੇ ਲਿਗੈਂਡ ਦੇ ਉੱਪਰ ਜਿੰਨਾ ਚਾਰਜ ਹੈਗਾ ਉਹ ਆਪਾਂ ਨੂੰ ਪਤਾ ਹੋਵੇ। ਉਹ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਕਿਹੜੇ ਲਿਗੈਂਡ ਦੇ ਉੱਪਰ ਕਿੰਨਾ ਚਾਰਜ ਹੁੰਦਾ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਕੋਆਰਡੀਨੇਸ਼ਨ ਪੋਲੀਹੈਡਰਨ। ਕੋਆਰਡੀਨੇਸ਼ਨ polyhedron, what it is? ਅਸਲ 'ਚ ਸਪੇਸ਼ੀਅਲ ਅਰੇਂਜਮੈਂਟ ਹੈ ਲਿਗੈਂਡ ਦੀ ਅਰਾਊਂਡ ਸੈਂਟਰਲ ਮੈਟਲ ਐਟਮ, ਠੀਕ ਹੈ। ਸੋ ਇਟ ਇਜ਼ ਅ ਸਪੇਸ਼ੀਅਲ ਅਰੇਂਜਮੈਂਟ of the ligand atoms which are directly attached to central atom.
So that is called coordination polyhedra. Basically ਜੇ ਚਾਰ ਲਿਗੈਂਡ ਅਟੈਚਡ ਹੈ ਮੈਟਲ ਐਟਮ ਦੇ ਨਾਲ ਤਾਂ ਪੋਸੀਬਲ ਜਿਹੜੀ ਅਰੇਂਜਮੈਂਟ ਹੈ that is tetrahedral, like methane, ਜਿਵੇਂ methane ਦੀ ਸਟਰਕਚਰ ਹੈ ਉਹਦੇ ਵਰਗੀ ਹੁੰਦੀ ਹੈ, or it may be square planar, ठीक है, चार है तो ਜਾਂ ਤਾਂ ਟੈਟਰਾहेड्रल ਹੋ ਸਕਦੀ ਹੈ ਜਾਂ ਸਕੁਏਅਰ ਪਲੇਨਰ ਹੋ ਸਕਦੀ ਹੈ। 6 ਹੈ ਤਾਂ ਉਹ ਕਿਹੜੀ ਬਣੇਗੀ octahedral, this is octahedral, ठीक है। 5 है ਤਾਂ ਜਾਂ ਤੇ ਉਹ ਹੋ ਸਕਦੀ ਹੈ ਸਕੁਏਅਰ ਪਿਰਾਮਿਡਲ, this is square, this is square, this is pyramid, ठीक है। तो एक थले स्केयर हो गया, ऊपर पिरामिड हो गया। ਜਾਂ ਕਿਹੜੀ ਹੋ ਸਕਦੀ ਹੈ ਟ੍ਰਿਗਨਲ ਬਾਈ ਪਿਰਾਮਿਡਲ, ਤਿੰਨ ਜਿਹੜੇ ਲਿਗੈਂਡ ਹੈ ਉਹ 190 ਤੇ 120 ਤੇ ਆ ਜਾਣ ਤਾਂ ਟ੍ਰਾਇਗਨਲ ਸ਼ੇਪ ਬਣ ਗਈ, ਤੇ 290 ਤੇ ਚਲੇ ਜਾਣ ਇਹ ਬਣ ਗਈ ਪਿਰਾਮਿਡ। ਸੋ ਟ੍ਰਾਇਗਨਲ ਬਾਈ ਪਿਰਾਮਿਡ। ਸੋ ਇਸ ਤਰੀਕੇ ਨਾਲ ਜਿਹੜੀ ਸਪੇਸ਼ਲ ਅਰੇਂਜਮੈਂਟ ਹੈ ਲਿਗੈਂਡ ਦੀ ਅਰਾਊਂਡ ਮੈਟਲ ਐਟਮ ਉਹ ਹੋ ਸਕਦੀ ਹੈ। ਇਸ ਤੋਂ ਬਾਅਦ ਟਰਮ ਆ ਜਾਂਦੀ ਹੈ ਆਪਣੇ ਕੋਲ ਹੋਮੋਲੈਪਟਿਕ ਅਤੇ ਹੈਟਰੋਲੈਪਟਿਕ ਕੌਨਸੈਪਟ। ਹੋਮੋਲੈਪਟਿਕ ਐਂਡ heterolaptic complexes. What are these? ਹੁਣ ਦੇਖੋ ਜੇਕਰ ਤਾਂ ਜਿਹੜਾ ਮੈਟਲ ਐਟਮ ਹੈ ਉਹ ਇੱਕੋ ਤਰ੍ਹਾਂ ਦੇ ਡੋਨਰ ਗਰੁੱਪ ਨਾਲ ਜਾਂ ਲਿਗੈਂਡ ਦੇ ਨਾਲ ਅਟੈਚਡ ਹੈ, that is called homolaptic complex. For example, nickel NH3 6 2 positive. Similarly, cobalt NH3 6 3 positive. ਇਸ ਕੇਸ ਦੇ ਵਿੱਚ ਲਿਗੈਂਡ ਜਿਹੜਾ ਹੈ ਉਹ ਅਮੋਨੀਆ ਹੀ ਹੈ। ਸੋ ਸੇਮ ਟਾਈਪ ਆਫ ਡੋਨਰ ਗਰੁੱਪ ਆ ਗਿਆ ਤਾਂ ਇਹ ਸਾਰੇ ਹੋਮੋਲੈਪਟਿਕ ਆ ਗਏ, ਠੀਕ ਹੈ, ਇੱਕੋ ਤਰ੍ਹਾਂ ਦਾ ਹੀ ਹੈ। ਜੇ 6 ਦੇ 6 ਅਮੋਨੀਆ ਹੀ ਹੈ, ਇੱਥੇ ਵੀ 6 ਦੇ 6 ਅਮੋਨੀਆ ਹੀ ਹੈ। ਜਾਂ ਜੇ ਆਪਾਂ ਇੱਕ ਹੋਰ ਦੇਖ ਲਈਏ ਆਇਰਨ ਦੇ ਨਾਲ ਸਾਇਨਾਈਡ ਹੈ, 6 ਦੇ 6 ਸਾਇਨਾਈਡ ਹੀ ਹੈ। ਸਾਰੇ ਲਿਗੈਂਡ ਇੱਕੋ ਜਿਹੇ ਹੈ, ਕੋਈ ਡਿਫਰੈਂਸ ਨਹੀਂ ਹੈਗਾ। ਬਟ ਜੇਕਰ ਦੋ ਲਿਗੈਂਡ ਹੋਰ ਹੈ ਨੇਚਰ ਦੇ ਹੈ, ਦੋ ਹੋਰ ਨੇਚਰ ਦੇ ਹੈ, ਡਿਫਰੈਂਟ ਟਾਈਪ ਆਫ ਲਿਗੈਂਡ ਅਟੈਚਡ ਵਿਦ ਦ ਸੈਂਟਰਲ ਮੈਟਲ ਐਟਮ, then it is called heterolaptic complexes. Heterolaptic ਦੀ example ਦੇਖ ਲਈਏ ਆਪਾਂ ਇੱਕ, this one is nickel tetra aqua dichloro. ਹੁਣ ਇਹਦੇ 'ਚ 4 ਜਿਹੜੇ ਲਿਗੈਂਡ ਹੈ ਉਹ ਹੈਗੇ ਵਾਟਰ ਐਕਵਾ ਜਿਹਨੂੰ ਬੋਲਦੇ ਆ, ਅਤੇ 2 ਹੈਗੇ ਕਲੋਰੀਨ, ਡਿਫਰੈਂਟ ਹੋ ਗਏ। ਸੋ ਦੈਟ ਇਜ਼ ਏ ਹੈਟਰੋਲੈਪਟਿਕ ਕੰਪਲੈਕਸਿਸ। ਸੋ ਇਹ ਤਾਂ ਆ ਗਈ ਟਰਮੀਨੋਲੋਜੀ। ਨਾਓ IUPAC ਨੋਮਨਕਲੇਚਰ। ਕਿਸ ਤਰੀਕੇ ਨਾਲ ਆਪਾਂ ਨੇਮਿੰਗ ਕਰਦੇ ਹਾਂ?
ਸਾਰੇ ਕੋਆਰਡੀਨੇਸ਼ਨ ਕੰਪਲੈਕਸਿਸ ਦੀ। ਤਾਂ ਇਹਦੇ ਵਾਸਤੇ ਕੁਝ ਰੂਲਸ ਹੈ ਜਿਹੜੇ ਕਿ ਤੁਹਾਨੂੰ ਯਾਦ ਕਰਨੇ ਪੈਣੇ ਆ। ਫਸਟ ਇਜ਼ ਆਰਡਰ ਆਫ ਨੇਮਿੰਗ। ਆਰਡਰ ਆਫ ਨੇਮਿੰਗ ਆਇਨਸ। ਤਾਂ ਸਭ ਤੋਂ ਪਹਿਲਾਂ ਇਹ ਤਾਂ ਬੇਸਿਕ ਹੀ ਹੈ, ਜਦੋਂ ਆਪਾਂ ਵੈਸੇ ਵੀ ਕੋਈ ਸਾਲਟ ਦਾ ਫਾਰਮੂਲਾ ਲਿਖਣ ਤੋਂ ਬਾਅਦ ਉਹਦਾ ਨਾਂ ਲਿਖਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਪੋਜ਼ੀਟਿਵ ਆਇਨ ਦਾ ਨਾਂ ਲਿਖਦੇ ਹਾਂ, ਫਿਰ ਨੈਗੇਟਿਵ ਦਾ ਨਾਂ ਲਿਖਦੇ ਹਾਂ। ਸਿਮਿਲਰਲੀ ਦ ਕੇਸ ਇਜ਼ ਦੇਅਰ। ਤਾਂ ਪਹਿਲਾਂ ਆਪਾਂ ਆਇਨਿਕ ਕੰਪਲੈਕਸਿਸ ਦੇ ਵਿੱਚ cation is named first, then anion is named last, like NaCl। तो आप पहला सोडियम लिखते हैं, देन क्लोराइड लिखते हैं, सोडियम क्लोराइड। Second rule is naming coordination entity। Naming coordination entity। ਹੁਣ ਕੋਆਰਡੀਨੇਸ਼ਨ ਐਂਟਿਟੀ ਦਾ ਜਦੋਂ ਅਸੀਂ ਨਾਂ ਲਿਖਦੇ ਹਾਂ, ਬ੍ਰੈਕਟ ਦੇ ਵਿੱਚ ਜੋ ਚੀਜ਼ਾਂ ਜਿਹਦੇ 'ਚ ਮੈਟਲ ਐਟਮ ਆ ਜਾਂਦੇ ਆ, ਲਿਗੈਂਡ ਆ ਜਾਂਦਾ, ਤਾਂ ਸਭ ਤੋਂ ਪਹਿਲਾਂ ਅਸੀਂ ਲਿਗੈਂਡ ਦਾ ਨਾਂ ਲਿਖਦੇ ਹਾਂ। ਲਿਗੈਂਡ is to be named first, then metal atom। okay, तो पहला लिगेंड का नाम लिखना है, फिर मैटल एटम। हुण जो तुसीं लिगेंड का नाम लिखना है, इनू ध्यान नाल रखना कि नेमिंग लिगेंड की किवें कीती जांदी है। नेमिंग ऑफ लिगेंड। तो अपने को तीन तरह के लिगेंड है। वन इज़ कॉल्ड नेगेटिव, सेकंड इज़ कॉल्ड पॉजिटिव, एंड थर्ड इज़ कॉल्ड न्यूट्रल। ਜਿਹੜੇ ਤਾਂ ਨੈਗੇਟਿਵ ਲਿਗੈਂਡ ਹੈ ਉਹਨਾਂ ਦੇ ਐਂਡ ਤੇ O ਵਰਡ ਯੂਜ਼ ਕਰਨਾ ਹੈ, ਲਾਈਕ ਫਲੋਰੀਨ ਦੀ ਥਾਂ ਤੇ ਫਲੋਰੀਡੋ, ਠੀਕ ਹੈ। ਇਸੇ ਤਰ੍ਹਾਂ ਦੇ ਕਲੋਰੀਨ ਦੀ ਥਾਂ ਤੇ ਕਲੋਰੀਡੋ, ਬ੍ਰੋਮੀਡੋ, ਆਈਡੀਡੋ, ਨਾਈਟ੍ਰੀਟੋ, सल्फेटो, ऑक्सलेटो। ऑक्सलेटो जिन्ने भी पॉजिटिव लिगेंड है उन्होंने दे एंड ते वर्ड यूज होंदा IUM, पिछे IUM ला देना। लाइक नाइट्रोसो है अपने को NO पॉजिटिव, ਇਹਦਾ ਨਾਂ ਕੀ ਬਣ ਜਾਂਦਾ ਹੈ? ਨਾਈट्रोसोनियम। IUM ਪਿੱਛੇ ਲੱਗ ਗਿਆ। ਇਸੇ ਤਰ੍ਹਾਂ ਹਾਈਡਰਾਜ਼ੀਨ ਹੈ, ਇਹਦਾ ਬਣ ਗਿਆ ਹਾਈਡਰਾਜ਼ੀਨੀਅਮ। ਇੱਥੇ ਵੀ IUM ਨਾਲ ਲੱਗ ਗਿਆ। ਤੇ ਜਿਹੜੇ ਹੁੰਦੇ ਨਿਊਟਰਲ ਲਿਗੈਂਡ ਉਹਨਾਂ ਨੂੰ ਐਜ਼ ਸੱਚ ਹੀ ਲਿਖਿਆ ਜਾਂਦਾ ਹੈ, ਜਿਵੇਂ ਮਿਥਾਈਲਮਾਈਨ ਹੈ CH3NH2, ਤੇ ਇਹਨੂੰ ਕੀ ਲਿਖੋਗੇ? मिथाइल अमाइन ही लिखोगे, ये कोई चेंज नहीं आएगी। नाउ ऑर्डर ऑफ नेमिंग लिगेंड्स।
if more than one type of ligand attached with the metal atom, then what to do? Alphabetically. तो अपने को की प्रोसीजर है कि अल्फ़ाबेटिकल ऑर्डर अडॉप्ट करना है. अल्फ़ाबेटिकल ऑर्डर. फॉर एग्जांपल, this one is K3 Fe CN5 NO. तो इस केस दे विच हुण अपने कोले दो लिगेंड है, वन इज़ साइनो तो दूसरा नाइट्रोसाइल. तो नैचुरली साइनो का नाम पहला आएगा, इट इज़ फर्स्ट नेम्ड फर्स्ट and nitrosyl named second. ठीक है. Now the case of numerical prefixes to indicate the number of ligand. ठीक है, जेकर एक तो ज़्यादा ligand है, more than one type of ligands and more than one number of ligands, the word use di, tri, tetra, penta, hexa, hepta, etc. is to be used. Then the ending of names, ending of names. जो सारा कुछ आप लिख लिया, मीन पहला आप लिगेंड का नाम लिख लिया, ठीक है. नंबर ऑफ लिगेंड्स अलग अलग है तो उन्होंने अल्फाबैटिकली उन्होंने राइट डाउन कर लिया. फिर मैटल एटम का नाम एंड ते आएगा. तो लास्ट ते जो असी मैटल एटम का नाम लिखना है तो इस कॉम्पलैक्स नू या उस जी एंटिटी कोऑर्डिनेशन एंटिटी है उन्होंने कंप्लीट करना है. तो एंड जी एंडिंग है, इट इज़ टू बी डन विद द suffix that is 8 if complex is anionic. तो दो तरह के कॉम्पलैक्स है, anionic and cationic complex. ये तो कॉम्प्लेक्स अनायनिक है तो एंड विद 8. ठीक है. जेकर कटायनिक ते न्यूट्रल है, बोथ केसिस दे विच विदाउट स्पैसिफिक एंडिंग. ठीक है. हुण एग्जाम्पल तुसीं लै सकते हैं. फॉर एग्जाम्पल के प्लैटिनम Cl5 NH3 नैगेटिव. तो आ नैगेटिव शो करता है कि की है, अनायनिक कॉम्पलैक्स है. तो ये वास्ते तुसीं जो इसकी नेमिंग करनी है एट द टाइम ऑफ नेमिंग एंड ते तुसीं मैटल एटम के नाम दे वर्ड 8 यूज़ करना है. यह आएगा पोटाशियम, क्योंकि जिहड़ी चीज़ कोऑर्डिनेशन कॉम्पलैक्स तो बाहर है वो तो जिथे लगी है, जे अगे लगी है तो ना अगे आ जाना, जे पिछे लगी है तो पिछे आ जाना, तो पहले ही आएगा. उस तो बाद हुण आ गई कोऑर्डिनेशन एंटिटी. ये लिगेंड का नाम असीं पहलां लिखांगे. इत्थे है अमाइन, ए फॉर अमाइन, अमाइन पेंटाक्लोरो तो ये अनायनिक कॉम्पलैक्स है. तो प्लैटिनम की थां ते वर्ड यूज़ करांगे
प्लैटिनेट ਤੇ ਲਾਸਟ ਤੇ ਆਕਸੀਡੇਸ਼ਨ ਨੰਬਰ that is 4 ਇਹ ਤੁਸੀਂ ਕੈਲਕੂਲੇਟ ਕਰ ਲੈਣਾ। ਹੁਣ ਜਿਹੜੇ ਪੋਟਾਸ਼ੀਅਮ ਦਾ ਅਮੋਨੀਆ ਦਾ 0 ਹੈ, ਪੋਟਾਸ਼ੀਅਮ ਦਾ +1 ਹੈ, ਕਲੋਰੀਨ ਦਾ -1 ਹੈ, ਇਹ ਹੋ ਗਿਆ x +1 + x -5 is equal to -1। ਤਾਂ ਇਹ ਆਪਣੇ ਕੋਲੇ ਕਿੰਨਾ ਆ ਗਿਆ, ਦੈਟ ਇਜ਼ ਕਿ ਨੈਗੇਟਿਵ ਆਪਾਂ ਉਦੋਂ ਯੂਜ਼ ਕਰਨਾ ਜਦੋਂ ਪੋਟਾਸ਼ੀਅਮ ਲੱਥ ਗਿਆ, ਦੈਟ ਇਜ਼ 0। ਇਹ ਆ ਗਿਆ x -4 is equal to 0, x is equal to +4। ਹੁਣ ਕਟਾਇਨਿਕ ਤੇ ਐਨਾਇਨਿਕ ਕੰਪਲੈਕਸ ਕਿੱਥੋਂ ਪਤਾ ਲੱਗਦੇ ਪਏ ਆਪਾਂ ਨੂੰ, ਇਹਨੂੰ ਧਿਆਨ ਦੇਣਾ। ਇਹ ਇੱਥੋਂ ਨਹੀਂ ਪਤਾ ਲੱਗਦਾ, ਇਹ ਇਸ ਥਾਂ ਤੋਂ ਪਤਾ ਲੱਗਦਾ ਪਿਆ, ਦਿਸ ਵਨ। ਸੋ ਪੋਟਾਸ਼ੀਅਮ ਲੱਗਾ, ਜੋ ਪੋਟਾਸ਼ੀਅਮ ਉਤਾਰ ਦਾਂਗੇ ਤਾਂ ਫਿਰ ਇਹਦੇ 'ਤੇ ਚਾਰਜ ਕਿੰਨਾ ਆਏਗਾ, ਇਟ ਵਿਲ ਬੀ ਨੈਗੇਟਿਵ। ਨਾਓ ਦਿਸ ਇਜ਼ ਨੈਗੇਟਿਵ। ਤਾਂ ਇੱਥੋਂ ਪਤਾ ਲੱਗੇਗਾ ਅਨਾਇਨਿਕ ਹੈ। ਜੇ ਮੰਨ ਲਓ Cl ਲੱਗਾ ਹੋਏਗਾ ਤਾਂ ਉਹ 'ਤੇ ਨੈਗੇਟਿਵ ਚਾਰਜ ਹੁੰਦਾ, ਤਾਂ ਕੰਪਲੈਕਸ 'ਤੇ ਕਿਹੜਾ ਚਾਰਜ ਆ ਗਿਆ, ਪੋਜ਼ੀਟਿਵ ਚਾਰਜ ਆ ਗਿਆ। ਅਤੇ ਜੇ ਕੋਈ ਵੀ ਨਹੀਂ ਲੱਗਾ ਤਾਂ ਦੈਟ ਵਿਲ ਬੀ ਦਾ ਨਿਊਟਰਲ।